ਹਰਿ ਕ੍ਰਿਸ਼ਨ ਤਖਤ ਗੁਰ ਆਈ। ਇਸ ਤੋਂ ਬਾਅਦ ਜਿਹੜੀ ਵਾ ਗੁਰਤਾ ਦਾ ਤਿਲਕ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਜੀਆਂ ਨੂੰ ਬਣ ਆਇਆ। ਬੈਠੇ ਸਿਸ ਅਤ ਬੈਸ ਸੁਹਾਈ। ਛੋਟੀ ਬਾਲ ਵਰਿਸ਼ੀ ਜਿਹੜੇ ਵਾ ਸੁਭਾਏ ਮਨ ਹੋਏ ਸਨ ਤਖਤ ਦੇ ਉੱਪਰ ਸੱਚੇ ਪਾਤਸ਼ਾਹ ਜੀ। ਦਿੱਲੀ ਮਹਿ ਗਮਨੇ ਕਿਸ ਹੇਤ। ਤੇ ਦਿੱਲੀ ਤੇ ਕਿਸੇ ਕਾਰਨ ਦਿੱਲੀ ਸਤਿਗੁਰਾਂ ਨੂੰ ਜਾਣਾ ਪਿਆ। ਖਾਲਸਾ ਜੀ ਜੈ ਸਿੰਘ ਰਾਜੇ ਦੀ ਬੇਨਤੀ ਤੇ ਅਤੇ ਔਰੰਗੇ ਦੇ ਪਾਸ ਵਾਰ-ਵਾਰ ਰਾਮ ਰਾਏ ਦਾ ਪੇਸ਼ ਹੋਣਾ, ਜਿਹਦੇ ਕਾਰਨ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਦਿੱਲੀ ਦੇ ਚੇਚਕ ਦਾ ਰੋਗ ਜਿਹੜਾ ਵਾ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਆ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਇਹੋ ਜਿਹੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਖਾਲਸਾ ਜੀ ਕਿਸੇ ਕਾਰਨ ਫਿਰ ਇਹ ਕਾਰਨ ਸੀਗਾ ਦਿੱਲੀ ਜਾਣ ਦਾ। ਚੇਚਕ ਦਾ ਰੋਗ ਖਾਲਸਾ ਜੀ ਰੋਗੀ ਕਾ ਪ੍ਰਭ ਖੰਡਹੁ ਰੋਗ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਘਟ ਹੈ ਜਮ ਕੀ ਫੰਦਾ। ਇਸ ਕਾਰਜ ਵਜੋਂ ਗੁਰੂ ਗਰੀਬ ਨਿਵਾਜ ਫਿਰ ਦਿੱਲੀ ਗਮਨ ਕੀਤੇ। ਤਹਿ ਤਨ ਤਿਆਗੋ ਕਿਰਪਾ ਨਿਕੇਤ। ਉੱਥੇ ਹੀ ਖਾਲਸਾ ਜੀ ਬੰਗਲਾ ਸਾਹਿਬ ਦੇ ਪਾਵਨ ਸਥਾਨ ਤੇ ਸੱਚੇ ਪਾਤਸ਼ਾਹ ਨੇ ਆਪਣਾ ਸੁੰਦਰ ਸਰੀਰ ਜਿਹੜਾ ਵਾ ਉਹ ਤਿਆਗਣਾ ਕੀਤਾ, ਸੱਚਖੰਡ ਨੂੰ ਚਾਲਾ ਮਾਰਿਆ। ਜੁਗ ਸੰਮਤ ਅਰ 5 ਮਹੀਨੇ। ਤੇ ਇਸ ਪ੍ਰਕਾਰ 2 ਖਾਲਸਾ ਜੀ ਸੰਮਤ ਸਾਲ ਤੇ 5 ਮਹੀਨੇ। ਦਿਨ 19 ਗੁਰਤਾ ਪਦ ਕੀਨੇ। 19 ਦਿਨ ਉੱਪਰ ਗੁਰਤਾ ਪਦਵੀ ਨੂੰ ਪ੍ਰਾਪਤ ਹੋਏ। ਤੋ ਖਾਲਸਾ ਜੀ 1721 ਚੇਤ ਸੁਦੀ 14 ਨੂੰ ਖਾਲਸਾ ਜੀ ਗੁਰੂ ਗਰੀਬ ਨਿਵਾਜ ਸਤਿਗੁਰੂ ਹਰਿਕ੍ਰਿਸ਼ਨ ਜੀ ਬਾਲਾ ਪ੍ਰੀਤਮ ਮਹਾਰਾਜ ਨੇ ਸੱਚਖੰਡ ਸਾਹਿਬ ਨੂੰ ਚਾਲਾ ਮਾਰਨਾ ਕੀਤਾ। ਦੋਹਰਾ ਸੰਮਤ 17 ਸਹਿ ਬਿਤੇ। ਜਦੋਂ 17 ਕਹੀਏ 1700 ਸੰਮਤ ਬਤੀਤ ਹੋਇਆ। ਉਪਰ 20 ਔਰ 1 ਤੇ 20 ਤੇ 1 ਖਾਲਸਾ ਜੀ 21 ਭਾਵ ਕੇ ਸੰਮਤ 1721 ਦਾ ਜਿਹੜਾ ਸਮਾਂ ਹੈ। ਚੇਤ ਸੁਦੀ 14 ਦਿਵਸ। ਤੇ 14 ਖਾਲਸਾ ਜੀ ਚਾਨਣੇ ਪੱਖ ਦੇ ਜਿਹੜੀ ਥਿਤ ਆ ਗਈ ਸੀ, ਚੇਤ ਮਹੀਨਾ ਸੀ। ਸ਼੍ਰੀ ਗੁਰ ਜਲਦ ਵਿਵੇਕ। ਜਿਹੜੇ ਸਮੁੰਦਰ ਹਨ ਗਿਆਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਚਾਪਈ ਏਕ ਜਾਮ ਖਟ ਘਟੀ ਬਿਤਾਏ। ਤੇ ਖਾਲਸਾ ਜੀ ਚੇਤ ਸੁਦੀ 14 ਤੇ 1721 ਬਿਕਰਮੀ ਸੰਮਤ ਇਹ ਖਾਲਸਾ ਜੀ ਦਿਨ ਦੱਸਿਆ ਹੈ। ਤੋ ਕਵੀ ਜੀ ਕਹਿੰਦੇ ਇੱਕ ਜਾਮ, ਇੱਕ ਜਿਹੜੀ ਵੈ ਜਾਮ ਪਹਿਰ ਤੇ ਖਟ ਘਟੀ 6 ਘੜੀਆਂ ਜਦੋਂ ਜਿਹੜਾ ਦਿਨ ਬੀਤਿਆ ਸੀ, ਭਾਵ ਜਦੋਂ ਇਹ ਖਾਲਸਾ ਜੀ ਇੱਕ ਜਾਮ ਤੇ 6 ਘੜੀਆਂ ਦਿਨ ਬੀਤਣ ਤੇ ਨਿਸ਼ਾ ਵਿਖੇ ਸ੍ਰੀ ਗੁਰੂ ਸਮਾਏ। ਵਾਹਿਗੁਰੂ ਨਿਸ਼ਾ ਰਾਤ ਜਦੋਂ ਬਤੀਤ ਹੋਈ, ਇੱਕ ਪਹਿਰ ਤੇ 6 ਘੜੀਆਂ ਰਾਤ ਜਦੋਂ ਬਤੀਤ ਹੋਈ, ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ। 8ਵੇਂ ਪਾਤਸ਼ਾਹ ਮਹਾਰਾਜ ਬਾਬਾ ਕਹਿਓ ਬਕਾਲੇ ਮਾਹੇ। ਸਿੱਖਾਂ ਪੁੱਛਿਆ ਮਹਾਰਾਜ ਅੱਗੇ ਗੁਰਤਾ ਕਿਹਨਾਂ ਨੂੰ ਆਪ ਬਖਸ਼ਿਸ਼ ਕਰੋਗੇ? ਤੋ ਬਾਬਾ ਜਿਹੜੇ ਵੈ ਕਹਿਓ ਬਕਾਲੇ ਮਾਹੇ ਇਹ ਦੱਸ ਕੇਵਲ ਟੂਕ ਮਾਤਰ ਜਾਂ ਇਸ਼ਾਰੇ ਮਾਤਰ ਦੱਸਿਆ। ਬਾਬਾ ਬਸੇ बीच ਬਕਾਲੇ ਆਪਣੀ ਸੰਗਤ ਆਪ ਸੰਭਾਲੇ। ਮਹਾਰਾਜ ਨੇ ਖਾਲਸਾ ਜੀ ਬਚਨ ਕਹੇ ਸੀ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸਤਿਗੁਰਾਂ ਨੇ। ਤੋ ਇਹ ਬਚਨ ਕੀਤੇ ਸਨ। ਸਤਿਗੁਰ ਤੇਗ ਬਹਾਦਰ ਤਾਹੇ। ਤੇ ਖਾਲਸਾ ਜੀ 5 ਪੈਸੇ ਨਾਲੀਏਰ ਸੋਨੇ ਦੇ ਥਾਲ ਵਿੱਚ ਰੱਖ ਕਰਕੇ ਇੱਥੋਂ ਹੀ ਮੱਥਾ ਟੇਕ ਦਿੱਤਾ ਸੀਗਾ ਤੋ ਦਿੱਲੀੋਂ ਹੀ। ਤੋ ਇਹ ਖਾਲਸਾ ਜੀ ਬਾਅਦ ਵਿੱਚ ਫਿਰ ਧੰਨ ਬਾਬਾ ਗੁਰਦਿੱਤਾ ਜੀ ਜਿਹੜੇ 6ਵੀਂ ਅੰਸ਼ ਸਨ, ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦੇ, ਇਹਨਾਂ ਨੇ ਖਾਲਸਾ ਜੀ ਫਿਰ ਜਦ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੇ ਸਾਰੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀਆਂ ਵੱਲੋਂ ਭੇਜੇ ਹੋਏ ਇਹ 5 ਪੈਸੇ ਨਾਲੀਏਰ ਸਭ ਖਾਲਸਾ ਜੀ ਝੋਲੀ ਵਿੱਚ ਪਵਾਏ। ਤੋ ਗੁਪਤ ਰਹੇ ਸਨ ਪਰ ਬੋਲੇ ਕੁਝ ਨਾ। ਧੰਨ ਬਾਬਾ ਗੁਰਦਿੱਤਾ ਜੀ ਤਤ ਬੇਤੇ ਸਨ ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ ਅੰਸ਼। ਜਾਣ ਗਏ ਵੀ ਮਹਾਰਾਜ ਗੁਪਤ ਰਹਿਣਾ ਚਾਹੁੰਦੇ ਵੈ। ਫਿਰ ਬਾਬਾ ਗੁਰਦਿੱਤਾ ਜੀਆਂ ਵੀ ਖਾਲਸਾ ਜੀ ਕੋ ਬਚਨ ਨਹੀਂ ਕਹੇ ਸੀ ਵੀ ਅਸੀਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੂੰ ਜਿਹੜਾ ਗੁਰਤਾ ਦਾ ਤਿਲਕ ਹੋ ਗਿਆ ਹੈ। ਤੋ ਇੱਥੇ ਸਾਧ ਸੰਗਤ ਜੀਓ ਫਿਰ ਗੁਪਤ ਰਹੇ ਬਹੁਤ ਸਮਾਂ। ਮਹਾਰਾਜ ਨੇ 26-27 ਵਰੇ ਫਿਰ ਬਹੁਤ ਭਾਰੀ ਤਪ ਕੀਤਾ। ਤੋ ਇਹ ਅੱਗੇ ਪ੍ਰਸੰਗ ਆ ਹੀ ਜਾਣਾ ਹੈ। ਤੋ ਇਸ ਪ੍ਰਕਾਰ 8ਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ 9ਵੇਂ ਪਾਤਸ਼ਾਹ ਇਸ਼ਾਰੇ ਮਾਤਰ ਜਿਹੜਾ ਦਿੱਲੀੋਂ ਹੀ ਗੁਰਤਾ ਤੇ ਥਾਪ ਦਿੱਤੇ ਸਨ। ਅਰਪਤ ਭਏ ਤਨਹਿ ਗੁਰਿਆਈ। ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਸੱਚੇ ਗੁਰੂ ਕਹਾਏ। ਤੇ ਅਰਪਤ ਭਏ ਤਨਹਿ ਗੁਰਿਆਈ ਇਉਂ ਅਰਪਤ ਕੀਤੀ ਹੈ ਗੁਰਤਾ ਦੀ ਬਖਸ਼ਿਸ਼ ਕੀਤੀ ਹੈ 8ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀਆਂ ਨੇ।
ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਤਾਈ। ਤਖਤ ਬਿਰਾਜੇ ਸਿੱਖ ਸਮਦਾ ਸੁਖਦਾਈ। ਤੇ ਸੁਖਾਂ ਦੇ ਦਾਈ ਦੇਨ ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਖਤ ਤੇ ਬਿਰਾਜਮਾਨ ਹੋਏ ਸਨ। ਸ੍ਰੀ ਗੁਰੂ ਹਰਗੋਬਿੰਦ ਕੇ ਨੰਦ। ਇਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਪੁੱਤਰ ਸਨ ਤੇਗ ਮੱਲ ਜੀ, ਜਿਨ੍ਹਾਂ ਦਾ ਨਾਮ ਤੇਗ ਬਹਾਦਰ ਜੀ ਹੈ। ਸੋਢੀ ਬੰਸ ਗਗਨ ਕੇ ਚੰਦ। ਸੋਢੀਆਂ ਦੀ ਬੰਸ ਮਾਨੋ ਗਗਨ ਹੋਵੇ, ਇੱਕ ਅਸਮਾਨ ਹੋਵੇ। ਅਸਮਾਨ ਨੂੰ ਜਿਵੇਂ ਚੰਦਰਮਾ ਲਿਸ਼ਕਾਉਂਦਾ ਭਾਗ ਲਾਉਂਦਾ ਵੈ, ਸੋਢੀਆਂ ਦੀ ਬੰਸ ਨੂੰ ਭਾਗ ਲਾ ਦਿੱਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੇ। ਮਾਤ ਨਾਨਕੀ ਜਿਨ ਕੀ ਜਾਨ। ਜਿਨ੍ਹਾਂ ਦੇ ਮਾਤਾ ਜਾਣੋ ਭਾਈ ਸਿੱਖੋ ਜਗਤ ਮਾਤਾ ਮਾਤਾ ਨਾਨਕੀ ਜੀ ਸਨ। ਜਨਮ ਸੁਧਾਸਰ ਪੁਰ ਕੇ ਥਾਨ। ਜਿਨ੍ਹਾਂ ਦਾ ਜਨਮ ਸੁਧਾਸਰ ਅੰਮ੍ਰਿਤਸਰ ਸਾਹਿਬ ਦਾ ਦੱਸ ਰਹੇ ਕਵੀ ਜੀ। ਸ੍ਰੀ ਗੁਜਰੀ ਮਹਿਲਾ ਸਭ ਵਿਆਹੀ। ਉਦਾਂ ਗੁਰੂ ਕੇ ਮਹਿਲ ਅਵਤਾਰ ਧਾਰਿਆ ਸੀਗਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ। ਧੰਨ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਜਿਹੜੇ ਉਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮਹਿਲ ਹੋਏ ਆ। ਤਪ ਕੋ ਤੇਜ ਪੁੰਜ ਜਨ ਮਾਹੀ। ਜਿਨ੍ਹਾਂ ਦਾ ਤੇਜ ਖਾਲਸਾ ਜੀ ਕੋਈ ਕਹਿਣ ਦੀ ਬਾਤ ਨਹੀਂ ਹੈ, ਦੇਖਾ ਹੀ ਪ੍ਰਵਾਨ। ਬਹੁਤ ਭਾਰੀ ਤਪ ਦੇ ਜਪੀ ਤਪੀ ਹੋਏ ਹਨ ਧੰਨ ਮਾਤਾ ਗੁਜਰ ਕੌਰ ਜੀ। ਤਿਨ ਕੇ ਪੁੱਤਰ ਭਏ ਵੱਡ ਸੂਰੇ। ਤਿਨਾਂ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ ਜਿਹੜੇ ਬੜੇ ਭਾਰੀ ਸੂਰਮੇ ਹੋਏ ਹਨ। ਦੇਗ ਤੇਗ ਦਹੁਵਨ ਕੇ ਪੂਰੇ। ਤੇ ਦੇਗ ਦੇ ਅਤੇ ਸਾਧ ਸੰਗ ਜੀ ਤੇਗ ਦੇ ਦੋਹਾਂ ਦੇ ਬੜੇ ਧਣੀ। ਦੇਗ ਲੰਗਰ ਵੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰਾਂ ਨੇ ਚਲਾਏ। ਦੇਗ ਤੇਗ ਜਗ ਮੈਂ ਦਊ ਚੱਲੈ, ਰਾਖ ਆਪ ਹੋਏ ਔਰ ਨਾ ਦਲੈ। ਇਹ ਖਾਲਸਾ ਜੀ ਵਰਦਾਨ ਬੇਨਤੀ ਰੂਪ ਕੀ ਜਦੋਂ ਬੇਨਤੀ ਕੀਤੀ ਅਕਾਲ ਪੁਰਖ ਜੀਆਂ ਨੇ। ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਇ। ਦੇਗ ਤੇਗ ਜਗ ਮੈਂ ਦਊ ਚੱਲੈ, ਰਾਖ ਆਪ ਹੋਏ ਔਰ ਨਾ ਦਲੈ। ਦਸਮ ਗ੍ਰੰਥ ਅੰਦਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਏ ਬਚਨ ਕਹੇ ਆ। ਤੋ ਇਸ ਪ੍ਰਕਾਰ ਉਹ ਕਵੀ ਜੀ ਉਹ ਦੱਸ ਰਹੇ ਵੈ ਜਿਹੜੇ ਦੇਗ ਦੇ ਵੀ ਬੜੇ ਭਾਰੀ ਧਣੀ ਸਨ, ਤੋ ਤੇਗ ਦੇ ਵੀ ਬੜੇ ਭਾਰੀ ਧਣੀ ਸਨ, ਜਿਨ੍ਹਾਂ ਨੇ 14 ਜੰਗ ਲੜੇ ਹਨ। ਤੋ ਇਹੋ ਜਿਹੇ ਦੇਗ ਤੇਗ ਦੇ ਬੜੇ ਭਾਰੀ ਧਣੀ ਹੋਏ ਹਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਿਬਜ਼ਾਦੇ। ਜਿਨ ਧਰ ਕਲਗੀ ਛਤਰ ਬਿਦਾਰੇ। ਜਿਨ੍ਹਾਂ ਨੇ ਸੀਸ ਤੇ ਕਲਗੀ ਧਾਰਨ ਕੀਤੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਬੜੇ ਛਤਰ ਦੁਸ਼ਮਣਾਂ ਦਾ ਨਾਸ਼ ਕਰਨਾ ਕੀਤਾ, ਸੰਘਾਰਿਆ, ਗਾਲ ਦਿੱਤੇ। ਤੁਰਕ ਪਹਾੜੀ ਅਰੇ ਸੋ ਮਾਰੇ। ਜਿਹੜੇ ਪਹਾੜੀਏ ਤੁਰਕ ਸਤਿਗੁਰਾਂ ਦੇ ਸਨਮੁਖ ਅੜੇ ਸਭ ਨੂੰ ਮਾਰਨਾ ਕੀਤਾ, ਸਭ ਗਾਲ ਦਿੱਤੇ ਆ। ਏਮ ਸ਼੍ਰੀ ਤੇਗ ਬਹਾਦਰ ਭਏ। ਇਸ ਤਰ੍ਹਾਂ ਫਿਰ ਜਿਹੜੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾਸ ਅਨੇਕ ਉਦਾਹਰਣ ਕਏ। ਜਿਨ੍ਹਾਂ ਨੇ ਅਨੇਕਾਂ ਦਾਸਾਂ ਦਾ ਉਧਾਰ ਕਰਨਾ ਕੀਤਾ, ਗੁਰਤਾ ਤੇ ਸੁਭਾਏਮਾਨ ਹੋ। ਸੰਮਤ 10 ਅਰ ਸਪਤ ਮਹੀਨਾ। ਉਹ ਸੰਮਤ 10 ਖਾਲਸਾ ਜੀ ਇਸੇ ਪ੍ਰਕਾਰ ਅਰ ਸਪਤ ਮਹੀਨਾ 10 ਸਾਲ ਤੇ 7 ਮਹੀਨੇ ਉੱਪਰ। ਦਿਨ 21 ਗੁਰਤਾ ਪਦ ਲੀਨਾ। 21 ਦਿਨ ਉੱਪਰ 10 ਵਰੇ 7 ਮਹੀਨੇ 21 ਦਿਨ ਗੁਰਤਾ ਪਦ ਪ੍ਰਾਪਤ ਕੀਤਾ, ਗੁਰਤਾ ਤੇ ਸੁਭਾਏਮਾਨ ਰਹੇ ਸਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਤਨ ਤਿਆਗਨ ਕੋ ਸਮੋ ਸਪਾਏ। ਜਦੋਂ ਫਿਰ ਸਾਧ ਸੰਗ ਜੀ ਤਨ ਸਰੀਰ ਤਿਆਗਣ ਦਾ ਸਮਾਂ ਸਤਿਗੁਰਾਂ ਨੇ ਜਾਣਿਆ ਹੈ। ਤੁਰਕੇਸ਼ਰ ਸਿਰ ਦੋਸ ਚੜਾਏ। ਤੇ ਮਹਾਰਾਜ ਜੀਆਂ ਸ਼ਹੀਦੀ ਪ੍ਰਾਪਤ ਕੀਤੀ, ਸ਼ੀਸ਼ ਦਾ ਬਲੀਦਾਨ ਦਿੱਤਾ ਚਾਂਦਨੀ ਚੌਂਕ ਵਿੱਚ। ਤੇ ਜਿਹੜਾ ਤੁਰਕੇਸ਼ ਔਰੰਗਾ ਸੀ, ਔਰੰਗੇ ਦੇ ਸੀਸ ਤੇ ਸਿਰ ਤੇ ਮਹਾਰਾਜ ਨੇ ਪਾਪ ਚੜਾ ਦਿੱਤਾ ਬੜਾ ਭਾਰੀ। ਇਹ ਪਾਪਾਂ ਦਾ ਭਾਗੀ ਬਣਿਆ। ਸਤਿਗੁਰਾਂ ਦੀ ਸ਼ਹਾਦਤ ਹੋਈ ਜਦ ਦਿੱਲੀ ਵਿੱਚ। ਹਿੰਦਵਾਨੇ ਕੀ ਰਾਖਨ ਕਾਨ। ਤੇ ਹਿੰਦੂਆਂ ਦੀ ਕਾਣ ਭਾਵ ਹਿੰਦੂਆਂ ਦੀ ਲਾਜ ਰੱਖੀ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ। ਤੁਰਕ ਦੇ ਸਿਰ ਸੀ, ਸਿਰ ਤੇ ਪਾਪ ਚੜਾਇਆ ਤੇ ਹਿੰਦੂਆਂ ਦੀ ਲਾਜ ਪਤ ਜਦੋਂ ਜੰਨੂ ਲੈਂਦੇ ਸੀ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕੀ ਸੀਸ ਦੀਆ, ਪਰ ਸੀ ਨਾ ਉਚਰੀ। ਸਾਧਨ ਹੇਤ ਧਰਮ ਹੇਤ ਸਾਕਾ, ਜਿਨ ਕੀਆ ਸੀਸ ਦੀਆ, ਪਰ ਸਿਰ ਨਾ ਦੀਆ। ਇਹੋ ਜੇ ਦਇਆ ਦੇ ਘਰ ਸਮੁੰਦਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਰੇ ਹਿੰਦੁਸਤਾਨ ਦੀ ਹਿੰਦੂ ਬਹੁ ਬੇਟੀਆਂ ਦੀ ਲਾਜ ਰੱਖਣਾ ਕੀਤੀ, ਹਿੰਦੂਆਂ ਦੀ ਲਾਜ ਰੱਖੀ ਹੈ। ਦਿਓ ਸੀਸ ਜਨ ਕਰ ਕੈ ਦਾਨ। ਤੇ ਕਵੀ ਜੀ ਕਹਿੰਦੇ ਹੋ ਜਾਣ ਲਓ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹਿੰਦੂਆਂ ਨੂੰ ਸ਼ੀਸ਼ ਦਾਨ ਦਿੱਤਾ। ਦਾਨ ਵਜੋਂ ਜਾਂ ਕਹਿ ਲਓ
ਇਹਨਾਂ ਹਿੰਦੂਆਂ ਦੀ ਲਾਜ ਪਤ ਰੱਖਣ ਵਾਸਤੇ ਸ਼ੀਸ਼ ਆਪਣਾ ਬਲੀਦਾਨ ਕੀਤਾ। ਸੰਮਤ 17 ਸਹਸ 32 ਸੋ ਸੰਮਤ 1732 ਉੱਪਰ ਜਿਹੜਾ ਬਿਕਰਮੀ ਸੰਮਤ ਹੈ ਮੰਗ ਸਿਰ ਸੁਦੀ ਪੰਚਮੀ 20 ਤੇ ਮੱਘਰ ਸੁਦੀ ਪੰਚਮੀ ਜਿਹੜੀ ਵੈ ਸੁਦੀ ਚਾਨਣੇ ਪੱਖ ਮੱਘਰ ਦਾ ਮਹੀਨਾ ਪੰਚਮੀ ਥਿਤ ਸੀ। ਸੁਰਗੁਰ ਦਿਵਸ ਜਾਮ ਜੁਗ ਆਵਾ ਤੇ ਜਦੋਂ ਵੀਰਵਾਰ ਦਾ ਦਿਨ ਖਾਲਸਾ ਜੀ 2 ਪੈਰ ਚੜ ਚੁੱਕਾ ਸੀ ਉਪਰ ਘਟਕਾ ਏਕ ਬਿਤਾਵਾ ਤੇ ਇੱਕ ਘੜੀ ਉੱਪਰ ਬੀਤ ਚੁੱਕੀ ਸੀ। ਭਾਵ ਕਿ 1732 ਮੱਘਰ ਦੇ ਮਹੀਨੇ ਦੀ ਚਾਨਣੇ ਪੱਖ ਦੀ ਖਾਲਸਾ ਜੀ ਪੰਚਮੀ ਥਿਤ ਪੰਜਵੀਂ ਥਿਤ ਵੀਰਵਾਰ ਦਾ ਦਿਨ ਤੇ 2 ਪੈਰ ਤੇ ਇੱਕ ਘੜੀ ਜਦੋਂ ਉੱਪਰ ਬਤੀਤ ਹੋਈ ਹੈ। ਸਤਿਗੁਰ ਤੇਗ ਬਹਾਦਰ ਰਾਏ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚੇ ਸਤਿਗੁਰਾਂ ਨੇ ਦਿੱਲੀ ਪਰਮਹਿ ਮੈਸ ਦਿਖਰਾਏ ਤੇ ਇਸ ਪ੍ਰਕਾਰ ਦਿੱਲੀ ਨਗਰ ਦੇ ਵਿੱਚ ਖਾਲਸਾ ਜੀ ਇਉਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ੀਸ਼ ਦਾ ਬਲੀਦਾਨ ਦੇਣਾ ਕੀਤਾ। ਤਨ ਕੋ ਤਿਆਗ ਬੇਕੁੰਠ ਸਿਧਾਰੇ ਸਰੀਰ ਨੂੰ ਤਿਆਗ ਕਰਕੇ ਫਿਰ ਸੱਚੇ ਪਾਤਸ਼ਾਹ ਜੀ ਸੱਚਖੰਡ ਨੂੰ ਚਾਲਾ ਮਾਰਿਆ। ਦੇਵਨ ਜੈ ਜੈ ਸ਼ਬਦ ਉਚਾਰੇ ਜਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਸ਼ੀਸ਼ ਦਾ ਬਲੀਦਾਨ ਦਿੱਤਾ ਤੇ ਸਾਰੇ ਸੁਰਲੋਕ ਦੇਵਤੇ ਜੈ 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 ਕਰ ਉੱਠੇ। ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਓ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਸਭ ਜਗਤ ਜਗ ਭਇਓ ਜੈ 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 ਸੁਰਲੋਕ। ਇਹ ਮਹਿਮਾ ਹੈ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸੰਸਾਰ ਦੇ ਲੋਕ ਹਾਹਾਕਾਰ ਮਚ ਗਈ ਸਾਰੇ ਜਗਤ ਅੰਦਰ ਜਦੋਂ ਰੰਗੇ ਨੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਔਰੰਗੇ ਦੇ ਕੈਦ ਵਿੱਚ ਸ਼ਹਾਦਤ ਦਿੱਤੀ ਹੈ। ਤੋ ਇਧਰ ਖਾਲਸਾ ਜੀ ਦੇਵੀ ਦੇਵਤੇ ਮਹਾਰਾਜ ਦੇ ਦਰਸ਼ਨਾਂ ਨੂੰ ਲੋਚਦੇ ਫੁੱਲਾਂ ਦੀ ਵਰਖਾ ਕਰਦੇ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਉੱਪਰ। ਸੱਚਖੰਡ ਨੂੰ ਪਿਆਨਾ ਕਰਦੇ ਗੁਰੂ ਗਰੀਬ ਨਿਵਾਜ ਦੇਵਤੇ ਚਰਨੀ ਪੈਂਦੇ ਆ। ਚਾਰੇ ਪਾਸੇ ਸੁਰਗਾਂ ਵਿੱਚ ਖਾਲਸਾ ਜੀ ਸਭ ਲੋਕਾਂ ਪਰਲੋਕਾਂ ਦੇ ਵਿੱਚ ਕੀ ਬ੍ਰਹਮਪੁਰੀ ਇੰਦਰਪੁਰੀ ਵਿਸ਼ਨਪੁਰੀ ਸ਼ਿਵਪੁਰੀ ਸਭ ਪਾਸੇ ਖਾਲਸਾ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ। ਕਿਉਂਕਿ ਜਦੇ ਖਾਲਸਾ ਜੀ ਇਹ ਹਿੰਦੂਆਂ ਦੇ ਸ਼ਿਵ ਦੁਆਲਿਆਂ ਵਿੱਚ ਬੜੇ ਹੋਮ ਯੱਗ ਕੀਤੇ ਸੀ ਕਿਸੇ ਬਾਹ ਨਾ ਪਕੜੀ ਤਦੇ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਨਾਵੇਂ ਸਰੂਪ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹਿੰਦੂਆਂ ਦੀ ਬਾਹ ਪਕੜੀ ਹੈ। ਤਿਲਕ ਜੰਨੂ ਰਾਖਾ ਪ੍ਰਭਤਾ ਕਾ ਤਿਲਕ ਤੇ ਜੰਨੂ ਦੇ ਖਾਲਸਾ ਜੀ ਰਾਖੇ ਸਭ ਸੰਸਾਰ ਜਗਤ ਦੀ ਚਾਦਰ ਥੰਮ ਰੂਪ ਹੋਏ ਹਨ। ਹਿੰਦੂ ਧਰਮ ਦੇ ਡਿੱਗਦੇ ਮੰਦਰ ਨੂੰ ਖਾਲਸਾ ਜੀ ਜਿਉ ਮੰਦਰ ਕੋ ਥੰਮੈ ਥੰਮਣ ਇਉਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੇ ਹਿੰਦੂ ਧਰਮ ਦੀ ਖਾਲਸਾ ਜੀ ਡਿੱਗਦੇ ਮੰਦਰ ਨੂੰ ਥੰਮ ਰੂਪ ਹੋਏ ਹਨ। ਤੋ ਇਹੋ ਜੇ ਜੈ ਜੈ ਦੇ ਸ਼ਬਦ ਦੇਵਤਿਆਂ ਨੇ ਉਚਾਰਨਾ ਕੀਤੇ ਆ। ਅੰਧ ਧੰਦ ਜਗ ਖਰਬਰ ਪਰਿਓ ਸੰਸਾਰ ਵਿੱਚ ਜਦੋਂ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦਾ ਖਾਲਸਾ ਜੀ ਸ਼ਹਾਦਤ ਹੋਈ ਬਹੁਤ ਭਾਰੀ ਹਨੇਰ ਝੁੱਲਿਆ ਰੋਡ ਜਿਹੜੇ ਅਸਮਾਨ ਨੂੰ ਚੜ ਗਏ ਸਭ ਪਾਸੇ ਘੁੱਪ ਘੇਰ ਬਹੁਤ ਭਾਰੀ ਹਨੇਰ ਚੱਲੇ ਝੱਖੜ। ਤੋ ਇਸ ਪ੍ਰਕਾਰ ਕਵੀ ਜੀ ਕਹਿ ਰਹੇ ਹਨ ਚਾਰੇ ਪਾਸੇ ਬੜਾ ਅੰਧ ਧੰਦ ਹੋ ਗਿਆ ਕਿਸੇ ਪਾਸੇ ਕੁਝ ਨਜ਼ਰੀ ਨਾ ਪਵੇ ਕਿਉਂਕਿ ਬੜਾ ਭਾਰੀ ਅਵਗਿਆ ਬੜਾ ਭਾਰੀ ਅਪਰਾਧ ਕੀਤਾ ਸੀ ਔਰੰਗੇ ਨੇ ਤਖਤ ਤੇ ਬੈਠ ਕਰਕੇ ਖਰਬਰ ਭਰਿਓ ਤੇ ਸਾਰੇ ਜੀਵਾਂ ਦੇ ਵਿੱਚ ਖਾਲਸਾ ਜੀ ਬੜੀ ਭਾਰੀ ਘਬਰਾਹਟ ਪੈਣ ਲੱਗੀ ਜਦ ਤੁਰਕਨ ਵੇਖਿਆ ਤਰਾਸ ਬਹ ਕਰਿਓ ਇਹ ਤੁਰਕਾਂ ਨੇ ਵੀ ਜਦੋਂ ਫਿਰ ਭਾਰੀ ਹਨੇਰ ਚੜਾ ਤੇ ਬਹੁਤ ਭੈ ਪੀਤ ਹੋ ਗਏ ਸਨ ਡਰ ਗਏ ਸਨ ਸਾਰੇ ਤੁਰਕ। ਹਾਏ ਹਾਏ ਸਭ ਕਰ ਨਰ ਨਾਰੀ ਸਾਰੇ ਨਾਰੀ ਖਾਲਸਾ ਜੀ ਹੈ ਆ ਔਰੰਗਿਆ ਤੂੰ ਕੀ ਕੀਤਾ। ਔਰੰਗੇ ਨੇ ਭਾਰੀ ਦਰੋਹ ਕਮਾਇਆ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ। ਸਾਰੇ ਲਾਣਤਾਂ ਫਿਟਕਾਰਾਂ ਖਾਲਸਾ ਜੀ ਨਰ ਇਸਤਰੀਆਂ ਪਾਉਂਦੇ ਦਿੱਲੀ ਵਾਸੀ ਸਭ ਸੰਸਾਰ ਦੇ ਵਾਸੀ ਹਨ ਜੋ ਤੁਰਕੇਸਰ ਕੋ ਦੈ ਬਹਗਾਰੀ ਬੜੀਆਂ ਗਾਰੀਆਂ ਗਾਲਾਂ ਦਿੰਦੇ ਆ ਸਭ ਜਿਹੜੇ ਵਾ ਮੰਦ ਬੋਲਦੇ ਆ ਤੁਰਕੇਸ਼ ਔਰੰਗੇ ਔਰੰਗਜ਼ੇਬ ਦੇ ਤਾਈ। ਤਿਸ ਦਿਨ ਤੇ ਉੱਤਮ ਨਰਜਾਨਾ ਤੇ ਉਸ ਦਿਨ ਤੋਂ ਜਿਹੜੇ ਦਿੱਲੀ ਵਿੱਚ ਸ਼ਹਾਦਤ ਤੋਂ ਜਾਣੂ ਜਿਹੜੇ ਸਨ ਉੱਤਮ ਪੁਰਸ਼ ਜਿਹੜੇ ਸਿਆਣੇ ਲੋਕ ਸੀ ਦਿੱਲੀ ਵਾਸੀ ਹੱਥ ਭਾ ਰਾਜ ਤੇਜ ਤੁਰਕਾਨਾ ਇਹਨਾਂ ਨੇ ਜਾਣਿਆ ਵੀ ਔਰੰਗੇ ਨੇ ਗੁਰੂ ਨਾਨਕ ਪਾਤਸ਼ਾਹ ਘਰ ਦੇ ਨਾਲ ਵੈਰ ਪਾ ਕਰਕੇ ਆਪਦਾ ਤੇਜ ਪ੍ਰਤਾਪ ਰਾਜ ਭਾਗ ਆਪ ਹੀ ਨਸ਼ਟ ਕਰ ਲਿਆ ਹੈ। ਆਪਦੇ ਰਾਜ ਦੀ ਔਰੰਗੇ ਨੇ ਅੱਜ ਆਪ ਹੀ ਜੜ ਪੁੱਟ ਲਈ ਆ ਸਤਿਗੁਰਾਂ ਦੀ ਸ਼ਹਾਦਤ ਕਰ। ਦਿੱਲੀ ਪਰ ਕੋ ਤਿਆਗ ਨਰੰਗਾ ਤੇ ਉਸ ਦਿਨ ਤੋਂ ਲੈ ਕੇ ਭਾਈ ਸਾਹਿਬ ਜੀ ਕਹਿੰਦੇ ਦਿੱਲੀਪੁਰ ਆ ਦਿੱਲੀ ਨਗਰੀ ਨੂੰ ਛੱਡ ਕਰਕੇ ਜਿਹੜਾ ਔਰੰਗਾ ਤੁਰਕ ਹੈ ਬਾਹਰ ਨਿਕਸ ਰਹਿਓ ਡਰ ਸੰਗਾ ਇੰਨਾ ਡਰ ਹੋਇਆ ਸੀ ਨੀਂਦ ਨਹੀਂ ਸੀ ਪੈਂਦੀ। ਫਿਰ ਖਾਲਸਾ ਜੀ ਉਸ ਦਿਨ ਤੋਂ ਲੈ ਕਰਕੇ ਦਿੱਲੀ ਨਹੀਂ ਸੀ ਸੁੱਤਾ ਬਾਹਰ ਖਾਲਸਾ ਜੀ ਜਿਹੜਾ ਵਾ ਉਹ ਬੜੇ ਆਪੋ ਜਿੱਥੇ ਜਿੱਥੇ ਆਰਾਮਗਾਹ ਬਣਾਈਆਂ ਸੀ ਜਾ ਕੇ ਰਹਿੰਦਾ ਰਹਿਆ।
ਗੁਰ ਵਿਸ਼ਿਓ ਪੁਰ ਨ ਆਇ ਕੈ ਸੋਇਓ। ਇੱਕ ਰਾਤ ਵੀ ਫਿਰ ਦਿੱਲੀ ਵਿੱਚ ਨਹੀਂ ਔਰੰਗਾ ਟਿਕਿਆ ਸੀ ਜਦੋਂ ਸਤਿਗੁਰਾਂ ਦੀ ਸ਼ਹਾਦਤ ਹੋਈ। ਵੱਡ ਪਾਪੀ ਨਿਜ ਸਭ ਕਿਛ ਖੋਇਓ। ਇਹ ਵੱਡੇ ਪਾਪੀ ਨੇ ਆਪਦਾ ਸਭ ਕੁਝ ਗਵਾ ਲਿਆ, ਅਪਰਾਧੀ ਬੜਾ ਭਾਰੀ ਬਣ ਗਿਆ। ਸਤਿਗੁਰ ਕੋ ਕਰ ਕੈ ਅਪਰਾਧੋ। ਕਿਉਂਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੇ ਕਾਰਨ ਔਰੰਗਾ ਬੜਾ ਭਾਰੀ ਪਾਪੀ ਬਣਿਆ ਹੈ। ਹੋਇਓ ਸ੍ਰੀ ਹਤ ਦੁਸ਼ਟ ਅਸਾਧੂ। ਇਹ ਆਪਦੀ ਸ਼੍ਰੀ ਜਿਹੜੀ ਮਾਇਆ ਆਪ ਹੀ ਭਾਵ ਮਾਇਆ ਜਾਂ ਤੇਜ ਪ੍ਰਤਾਪ ਇਹ ਦੁਸ਼ਟ ਨੇ ਆਪ ਹੀ ਨਾਸ਼ ਕਰ ਲਿਆ ਹੈ। ਜਿਮ ਰਾਵਣ ਦੀਰਘ ਮਦ ਮਾਨੀ। ਜਿਵੇਂ ਜਿਹੜਾ ਰਾਵਣ ਸੀਗਾ ਬੜੇ ਹੰਕਾਰ ਦਾ ਮਾਲਕ ਜਦ ਹੋਇਆ, ਛਲ ਬਲ ਤੇ ਸੀਤਾ ਹਰ ਆਨੀ। ਉਹਨੇ ਛਲ ਧੋਖੇ ਦੇ ਨਾਲ ਸਾਧੂ ਰੂਪ ਧਾਰ ਕੇ ਜਦੋਂ ਸੀਤਾ ਨੂੰ ਉਠਾ ਲਿਆ ਸੀ ਕਰ ਰਘਵਰ ਕੋ ਦੋਸ ਮਲੀਨਾ। ਤੇ ਸ਼੍ਰੀ ਰਾਮਚੰਦਰ ਦੇ ਨਾਲ ਵੈਰ ਕਮਾਇਆ ਤੇ ਬੜਾ ਭਾਰੀ ਫਿਰ ਇਹ ਮਲੀਨ ਹੋਇਆ, ਬੜਾ ਭਾਰੀ ਦੋਸ਼ ਪਾਪ ਲੱਗਾ ਸੀ ਸੀਤਾ ਨੂੰ ਚੁੱਕਣ ਕਾਰਨ। ਸਕਲ ਸਮਾਜ ਨਾਸ ਕਰ ਲੀਨਾ। ਤੇ ਇਸ ਰਾਵਣ ਨੇ ਤਿਹ ਰਾਵਣ ਕਰ ਦਿਆ ਨਾ ਬਾਤੀ। ਜਿੰਦੇ ਘਰੇ ਖਾਲਸਾ ਜੀ ਲੱਖ ਪੁੱਤਰ ਸਵਾ ਲੱਖ ਪੋਤਰਾ ਰਾਵਣ ਦਾ ਤਿਹ ਰਾਵਣ ਕਰ ਦਿਆ ਨਾ ਬਾਤੀ। ਰਾਵਣ ਨੇ ਫਿਰ ਆਪਦਾ ਤੇਜ ਪ੍ਰਤਾਪ ਆਪਦੇ ਪੈਰੀਂ ਆਪ ਹੀ ਜਿਹੜਾ ਵਾ ਗਾਫਲ ਆਪ ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ ਆਪ ਹੀ ਆਪਦੇ ਰਾਜ ਦੀ ਜੜ ਵੱਢੀ। ਇਸੇ ਤਰ੍ਹਾਂ ਇਹ ਔਰੰਗੇ ਨੇ ਗੁਰੂ ਘਰ ਦੇ ਨਾਲ ਦਰੋਹ ਕਮਾ ਕਰਕੇ ਆਪਦੇ ਰਾਜ ਭਾਗ ਨੂੰ ਆਪ ਹੀ ਨਸ਼ਟ ਕੀਤਾ, ਆਪਦੇ ਹੱਥੀਂ ਕੁਹਾੜਾ ਮਾਰਿਆ ਹੈ। ਪਤਸ਼ਾਹਤ ਬਹੁ ਪੁਸ਼ਤਨ ਕੇਰੀ। ਕਿਉਂਕਿ ਇਹਨਾਂ ਦੇ ਘਰ ਵਿੱਚ ਬਾਬਰ ਤੋਂ ਲੈ ਕਰਕੇ ਬੜੇ ਸਮੇਂ ਦੀ ਪਾਤਸ਼ਾਹੀ ਚੱਲ ਰਹੀ ਸੀ। ਸਭ ਜਗ ਦੋਹੀ ਫਿਰਹਿ ਕਨੇਰੀ। ਇਹ ਸਾਰੇ ਸੰਸਾਰ ਵਿੱਚ ਬੜਾ ਤੇਜ ਪ੍ਰਤਾਪ ਸੀ ਇਸ ਰਾਜ ਘਰਾਣੇ ਦਾ, ਸਭ ਸੰਸਾਰ ਵਿੱਚ ਦੋਹੀ ਫਿਰਦੀ ਸੀ। ਸੁਰਪਤ ਸਮ ਐਸ਼ਵਰਜ ਪ੍ਰਕਾਸ਼ਾ। ਬੜੇ ਦੇਵਤਿਆਂ ਵਰਗੇ ਐਸ਼ੋ ਆਰਾਮ ਦੇ ਸਾਧਨ ਸੀਗੇ ਇਸ ਔਰੰਗੇ ਦੇ ਪਾਸ। ਗੁਰੂ ਦਰੋਹ ਤੇ ਕੀਣ ਸਨਾਸਾ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਨਾਲ ਇਸ ਨੇ ਸ਼ਹਾਦਤ, ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਸਤਿਗੁਰਾਂ ਤਾਈਂ, ਉਸ ਤੋਂ ਬਾਅਦ ਨੇ ਆਪ ਹੀ ਆਪਦਾ ਸਭ ਤੇਜ ਪ੍ਰਤਾਪ ਨਾਸ਼ ਕਰ ਲਿਆ। ਸ੍ਰੀ ਗੁਰੂ ਤੇਗ ਬਹਾਦਰ ਪਾਛੇ। ਇਸ ਤੋਂ ਬਾਅਦ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰਾਂ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੋਬਿੰਦ ਸਿੰਘ ਭੇ ਗੁਰ ਆਛੇ। ਸਾਹਿਬੇ ਕਮਾਲ ਅਜਾਨ ਬਾਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਮਰੱਥ ਗੁਰੂ ਕਹਿਲਾਏ ਹਨ। ਸ੍ਰੀ ਗੁਜਰੀ ਤੇ ਜਨਮ ਲਿਓ ਹੈ। ਜਿਨ੍ਹਾਂ ਨੇ ਧੰਨ ਜਗਤ ਮਾਤਾ ਮਾਤਾ ਗੁਜਰ ਕੌਰ ਜੀਆਂ ਤੋਂ 1723 ਪੋਹ ਸੁਦੀ 7ਵੀਂ ਨੂੰ ਜਿਹੜਾ ਅਵਤਾਰ ਧਾਰਨਾ ਕੀਤਾ ਪਟਨਾ ਸਾਹਿਬ ਦੇ ਪਾਵਨ ਅਸਥਾਨ ਤੇ। ਪੁਰ ਪਟਨੇ ਮਹਿ ਖੇਡ ਕੀਓ ਹੈ। ਤੇ ਫਿਰ ਆਪਣਾ ਬਚਪਨ ਜਿਹੜਾ ਸੱਚੇ ਪਾਤਸ਼ਾਹ ਜੀਆਂ ਨੇ ਇੱਥੇ ਪਟਨਾ ਸਾਹਿਬ ਦੇ ਨਗਰੀ ਵਿੱਚ ਹੀ ਬਤੀਤ ਕੀਤਾ। ਬ੍ਰਧਿਓ ਸਰੀਰ ਬਹੁਤ ਬਾਹਰ ਚੱਲ ਆਏ। ਜਦੋਂ ਸਰੀਰ ਥੋੜਾ ਵੱਡਾ ਹੋਇਆ ਮਹਾਰਾਜ ਪਲੇ ਪੋਸਿਆ ਤੇ ਇੱਥੇ ਮਾਤਾ ਪਿਤਾ ਸਤਿਗੁਰਾਂ ਨੂੰ ਲੈ ਆਏ ਸਨ। ਮਦਰ ਦੇਸ਼ ਨਿਰਖੇ ਹਰ ਖਾਏ। ਮਦਰ ਦੇਸ਼ ਪੰਜਾਬ ਦਾ ਨਾਮ ਹੈ। ਪੰਜਾਬ ਦੀ ਧਰਤੀ ਤੇ ਆਨੰਦਪੁਰ ਸਾਹਿਬ ਲੈ ਆਏ ਸੀ ਮਾਤਾ ਪਿਤਾ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਮਹਾਰਾਜ ਇਹ ਪੰਜਾਬ ਦੇ ਰਮਣੀਕ ਇਲਾਕੇ ਨੂੰ ਵੇਖ ਕੇ ਬੜਾ ਖੁਸ਼ ਹੋਏ ਹਨ। ਤੀਨ ਭਰ ਜਾ ਜਿਨ ਘਰ ਹੋਈ। ਜਿਨ੍ਹਾਂ ਦੇ 3 ਮਹਿਲ ਸਨ, ਜਗਤ ਮਾਤਾਵਾਂ ਸਨ ਸਤਿਗੁਰਾਂ ਦੇ। ਨਾਮ ਅਜੀਤੋ ਦੀ ਰਗ ਸੋਈ। ਅਜੀਤ ਕੌਰ ਜਿਨ੍ਹਾਂ ਦਾ ਨਾਮ ਸੀ, ਵੱਡੇ ਸਨ ਮਾਤਾ ਅਜੀਤ ਕੌਰ ਜੀ। ਪੁੱਤਰ ਤੀਨ ਉਪਜੇ ਬਲ ਭਾਰੀ। ਤਿੰਨਾਂ ਤੋਂ 3 ਸਾਹਿਬਜ਼ਾਦਿਆਂ ਅਵਤਾਰ ਧਾਰਿਆ, ਧੰਨ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਇਹ ਮਾਤਾ ਅਜੀਤ ਕੌਰ ਦੇ ਉਦਰ ਤੋਂ ਜਿਹੜੇ ਵੈ ਉਹ ਅਵਤਾਰ ਧਾਰਨਾ ਕੀਤਾ। ਮਨਹਾ ਆਗਨ ਤੀਨਹ ਤਨ ਧਾਰੀ। ਇਹੋ ਮਾਨੋ 3 ਅੱਗਾਂ, ਇੱਕ ਦਾਵਾ ਅਗਨ, ਇੱਕ ਬੜਵਾ ਅਗਨ ਤੇ ਇੱਕ ਪ੍ਰਤੱਖ ਜਿਹੜੀ ਰੁੱਖਾਂ ਵਿੱਚ ਕਹਿ ਲੋ ਅਗਨ ਵੈ ਗੁਪਤ। ਇਹਨਾਂ 3 ਅੱਗਾਂ ਨੇ ਸੰਸਾਰ ਤੇ ਪ੍ਰਤੱਖ ਰੂਪ ਵਿੱਚ ਅਵਤਾਰ ਧਾਰ ਲਿਆ ਹੋਵੇ। ਅਪਰ ਸੁੰਦਰੀ ਨਾਮ ਪਛਾਨੋ। ਤੇ ਉਪਰੰਤ ਫਿਰ ਜਾਨੋ ਦੂਜੇ ਸਨ ਮਾਤਾ ਸੁੰਦਰ ਕੌਰ ਜੀ। ਸਭ ਮਤ ਪਤ ਬ੍ਰਤ ਧਰਮ ਨਿਧਾਨੋ। ਪਤੀਵ੍ਰਤਾ ਧਰਮ ਵਿੱਚ ਪੂਰੇ ਸੂਰੇ ਸਨ ਤੇ ਸ਼ੁਭ ਸ਼੍ਰੇਸ਼ਟ ਮਤ ਵਾਲੇ ਸਨ ਮਾਤਾ ਸੁੰਦਰੀ ਜੀ। ਤਿੰਨਾਂ ਦੇ ਸਾਹਿਬਜ਼ਾਦੇ ਸਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ। ਤਿਸਕੇ ਸੁਤ ਅਜੀਤ ਸਿੰਘ ਹੋਵਾ। ਬੜੇ ਭਾਰੀ ਸੂਰਮੇ ਨਾਂ ਜਿੱਤੇ ਜਾਣ ਵਾਲੇ ਬਾਬਾ ਅਜੀਤ ਸਿੰਘ ਸਾਹਿਬ ਜੀ ਤਿੰਨਾਂ ਦੇ ਸਾਹਿਬਜ਼ਾਦੇ ਹੋਏ ਹਨ। ਬਾਹਰੇ ਪਹਤ ਜੋ ਰਨ ਮਹਿ ਸੋਵਾ। ਜਿਨ੍ਹਾਂ ਨੇ ਬੜੇ ਵੈਰੀਆਂ ਨੂੰ ਗਾਲ ਕੇ ਸੰਘਾਰ ਕਰਕੇ ਚਮਕੌਰ ਦੀ ਕੱਚੀ ਗੜੀ ਵਿੱਚ ਜਿਹੜੇ ਵੈ ਸਣਦੇ ਹੀ ਸੱਚਖੰਡ ਗਏ ਸਨ। ਤੀਸਰ ਸਾਹਿਬ ਦੇਵੀ ਦਾਰਾ। ਤੀਸਰੇ ਜਿਹੜੇ ਸਨ ਜਗਤ ਮਾਤਾ ਮਾਤਾ ਦੇਵ ਸਾਹਿਬ ਦੇਵਾ ਜੀ। ਤੋ ਜਗਤ ਮਾਤਾ ਖਾਲਸੇ ਦੇ ਮਾਤਾ ਮਾਤਾ ਸਾਹਿਬ ਦੇਵਾ ਜੀ
ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰਾਂ ਦੇ ਤੀਸਰੇ ਮਹਿਲ ਹੋਏ ਹਨ। ਤਾਹੇ ਖਾਲਸਾ ਪੁੱਤਰ ਅਪਾਰਾ। ਇਹਨਾਂ ਦੀ ਝੋਲੀ ਵਿੱਚ ਜਿਹੜਾ ਜਿਹਦਾ ਕੋਈ ਪਾਰਾਵਾਰ ਨਹੀਂ, ਬੜਾ ਭਾਰੀ ਸੂਰਮੁਖਤਾਈ ਵਾਲਾ ਖਾਲਸੇ ਨੂੰ ਜਿਨ੍ਹਾਂ ਦੀ ਝੋਲੀ ਵਿੱਚ ਪਾਉਣਾ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ। ਖਾਲਸਾ ਪੁੱਤਰ ਜਿਹੜਾ ਹੈ ਉਹ ਮਾਤਾ ਸਾਹਿਬ ਦੇਵਾਂਦੀਆਂ ਦੇ ਝੋਲੀ ਵਿੱਚ ਪਾਇਆ। ਜਗਤ ਮਾਤਾ ਖਾਲਸੇ ਦੇ ਮਾਤਾ ਕਹਿਲਾਉਂਦੇ ਆ। ਧੰਨ ਮਾਤਾ ਸਾਹਿਬ ਦੇਵਾਂ ਜੀ। ਏਮ ਸਾਹਿਬ ਦਸਵੇਂ ਪਤਸਾਹੂ। ਤੋ ਇਸੇ ਤਰ੍ਹਾਂ ਕਵੀ ਰਾਜ ਕਹਿੰਦੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰਕਣ ਸੋਰਣ ਕਰ ਉਤਸਾਹੂ। ਮਹਾਰਾਜ ਨੇ 14 ਯੁੱਧ ਲੜੇ ਵੈ ਤੁਰਕਾਂ ਤੇ ਪਹਾੜੀਆਂ ਦੇ ਨਾਲ। ਅਨੇਕ ਪ੍ਰਕਾਰ ਨਕੀਨ ਅਖਾਰੇ। ਤੇ ਬੜੇ ਤਰੀਕੇ, ਬੜੇ ਅਨੇਕ ਪ੍ਰਕਾਰ, ਬੜੇ ਨਾਨਾ ਭਾਨ ਦੇ ਅਖਾੜੇ ਯੁੱਧ ਲੜੇ ਵੈ। ਪਹਾੜੀਆਂ ਵਿੱਚ ਵੀ, ਕੱਚੀਆਂ ਗੜੀਆਂ ਵਿੱਚ ਵੀ, ਕਿਲੇ ਵਿੱਚ ਵੀ, ਰੜੇ ਮੈਦਾਨ ਵਿੱਚ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਂਤ ਭਾਂਤ ਦੀਆਂ ਲੜਾਈਆਂ ਲੜਨੀਆਂ ਕੀਤੀਆਂ ਹਨ। ਕਰ ਪੁਰਸਾਰਥ ਕੋਰਿਪ ਮਾਰੇ। ਤੇ ਬੜੇ ਬਲ ਦੇ ਨਾਲ ਬੜੇ ਦੁਸ਼ਟਾਂ ਦਾ ਗਾਲਣਾ ਕੀਤਾ, ਬੜੇ ਦੁਸ਼ਟਾਂ ਦਾ ਸੰਘਾਰ ਕੀਤਾ ਸਤਿਗੁਰਾਂ ਨੇ। ਪੰਥ ਖਾਲਸਾ ਉਤਪਤ ਕਰ ਕੈ। ਫਿਰ ਪੰਥ ਖਾਲਸਾ ਜਿਹੜਾ ਵੈ ਉਹ ਪ੍ਰਗਟ ਕੀਤਾ 1699 ਈਸਵੀ ਤੋਂ। ਜਾਂ ਖਾਲਸਾ ਦੀ 1765 ਜਿਹੜਾ ਵੈ ਉਹ ਵਾਹਿਗੁਰੂ 1756 ਬਿਕਰਮੀ ਸੰਮਤ ਤੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਜਿਹੜਾ ਸਤਿਗੁਰਾਂ ਕੇਸਗੜ੍ਹ ਸਾਹਿਬ ਦੇ ਪਾਵਨ ਸਥਾਨ ਤੇ ਪ੍ਰਗਟ ਕੀਤਾ। ਤੁਰਕ ਤੇਜ ਕੀ ਜੜਾ ਉਖਰ ਕੈ। ਉਸ ਦਿਨ ਤੋਂ ਮਾਨੋ ਤੁਰਕਾਂ ਦੇ ਤੇਜ ਪ੍ਰਤਾਪ ਦੀਆਂ ਜੜਾਂ ਹੀ ਪੁੱਟ ਸੁੱਤੀਆਂ ਹੋਣ। ਬਰਖ 32 ਇਕਾਦਸ਼ ਮਾਸ। 32 ਵਰੇ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਵੈ 32 ਵਰੇ ਸੰਸਾਰ ਦੇ ਵਿੱਚ ਗੁਰੂ ਗਰੀਬ ਨਵਾਜ ਤੇ ਇਕਾਦਸ਼ 11 ਮਹੀਨੇ, 32 ਵਰੇ 11 ਮਹੀਨੇ। ਜਗ ਮਹਿ ਕੀਣਸ ਧਰਮ ਪ੍ਰਕਾਸ਼। ਸੰਸਾਰ ਵਿੱਚ ਗੁਰਤਾ ਤੇ ਰਹਿ ਧਰਮ ਦਾ ਪ੍ਰਕਾਸ਼ ਕੀਤਾ। ਧਰਮ ਦਾ ਬੋਲ ਬਾਲਾ ਜੈਕਾਰ ਕੀਓ ਧਰਮੀਓ ਕਾ ਪਾਪੀ ਕੋ ਦੰਡ ਦਿਓਏ। ਇਹ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਪਾਪੀਆਂ ਨੂੰ ਦੰਡ ਦਿੱਤਾ ਤੇ ਧਰਮੀਆਂ ਦਾ ਜੈਕਾਰ, ਚਾਰੇ ਪਾਸੇ ਧਰਮ ਦਾ ਬੋਲ ਬਾਲਾ ਕੀਤਾ। ਸਿੱਖ ਅਨੇਕਨ ਕੋ ਗਤ ਦੀਨੀ। ਅਨੇਕਾਂ ਸਿੱਖਾਂ ਨੂੰ ਮੁਕਤੀ ਦੀਆਂ ਦਾਤਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਪ੍ਰਕਾਰ ਭਾਈ ਕਨਈਆ ਜੀ ਵਰਗੇ, ਭਾਈ ਨੰਦ ਲਾਲ ਜੀ ਗੋਇਆ ਤਿੰਨਾਂ ਨੂੰ ਉੱਤਮ ਪਦਵੀਆਂ ਦੀ ਦਾਤ ਬਖਸ਼ਿਸ਼ ਕੀਤੀ। ਦੁਖ ਤੇ ਬਚੇ ਸ਼ਰਨ ਜਿਨ ਲੀਨੀ। ਜਿਹੜੇ ਜਿਹੜੇ ਵੀ ਗੁਰੂ ਕਲਗੀਧਰ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਸਭ ਦੀ ਜਿਹੜੀ ਕਲਿਆਣ ਹੋਈ, ਸਭ ਦੁੱਖਾਂ ਤੋਂ ਦੂਰ ਰਹੇ, ਦੁੱਖਾਂ ਤੋਂ ਬਚੇ ਰਹੇ। 17 ਸਹਸ 65 ਉਪਰ। ਤੇ ਇਸੇ ਪ੍ਰਕਾਰ 1765 ਜਿਹੜੇ ਉੱਪਰ ਕਹੀਏ ਭਾਵ 1765 ਬਿਕਰਮੀ ਸੰਮਤ। ਕਾਤਕ ਸੁਦ ਪੰਚੈ ਦਿਨ ਸੁਰਗਰ। ਕੱਤਕ ਦੀ ਸੁਦੀ ਪੰਚਵੀ ਤੇ ਦਿਨ ਵੀਰਵਾਰ ਦਾ। ਰਹੀ ਜਾਮਨੀ ਜਾਮ ਸਵਾ ਜਬ। ਜਦੋਂ ਰਾਤ ਜਿਹੜੀ ਵੈ ਸਵਾ ਪਹਿਰ ਰਾਤ ਬਾਕੀ ਰਹਿ ਗਈ ਸੀ। ਸੱਚਖੰਡ ਪਹੁੰਚੇ ਸ੍ਰੀ ਗੁਰਤਬ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ 1765 ਖਾਲਸਾ ਜੀ ਬਿਕਰਮੀ ਸੰਮਤ ਕੱਤਕ ਸੁਦੀ ਪੰਚਮੀ ਦਿਨ ਵੀਰਵਾਰ ਦਾ ਰਾਤ ਸਵਾ ਪਹਿਰ ਜਦੇ ਰਾਤ ਰਹਿ ਗਈ ਖਾਲਸਾ ਜੀ ਸੱਚਖੰਡ ਨੂੰ ਗੁਰੂ ਗਰੀਬ ਨਵਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਸਣਦੇ ਹੀ ਚਾਲਾ ਮਾਰਿਆ ਹੈ। ਅਵਚਲ ਨਗਰ ਨਾਮ ਸਬਥਾਨ। ਤੇ ਅਵਚਲ ਨਗਰ ਜਿਹੜਾ ਵੈ ਨਾਮ ਜਦੋਂ ਹੁਕਮ ਹੋਇਆ, ਜਦੋਂ ਗੁਰੂ ਮਾਨਿਓ ਗ੍ਰੰਥ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਗੁਰਤਾ ਤਿਲਕ ਹੋਇਆ, ਗੁਰਤਾ ਸੁਭਾਏਮਾਨ ਹੋਏ ਵੈ, ਉਦੋਂ ਖਾਲਸਾ ਜੀ ਹੁਕਮ ਆਇਆ ਸੀ ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪ ਸੁਖ ਪਾਇਆ ਰਾਮ। ਤੋ ਉਹਦੇ ਤੇ ਖਾਲਸਾ ਜੀ ਫਿਰ ਅਬਚਲ ਨਗਰ ਹਜੂਰ ਸਾਹਿਬ ਦਾ ਨਾਮ ਲੈਂਦੀਆਂ ਸੰਗਤਾਂ। ਨਾਂਦੇੜ ਸਾਹਿਬ ਦਾ ਸ਼ੁਭ ਜਿਹੜਾ ਸਥਾਨ ਸੀ ਅਬਚਲ ਨਗਰ ਭਾਵ ਨਾਂਦੇੜ ਸਾਹਿਬ ਦਾ, ਇੱਥੇ ਭਇਓ ਦੇਹੁਰਾ ਜੋਤ ਮਹਾਨ। ਉਥੇ ਮਹਾਨ ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ। ਉਹ ਖਾਲਸਾ ਜੀ ਅਬਚਲ ਨਗਰ ਦਾ ਹਜੂਰ ਸਾਹਿਬ ਦਾ ਪਾਵਨ ਸਥਾਨ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸੱਚਖੰਡ ਚਾਲਾ ਮਾਰਿਆ, ਜਿੱਥੇ ਭਾਰੀ ਦੇਹੁਰਾ ਸਤਿਗੁਰਾਂ ਦੀ ਯਾਦ ਵਿੱਚ ਬਿੱਦਤ ਹੈ। ਸ੍ਰੀ ਹਰਿ ਰਾਏ ਪਾਏ ਗੁਰਿਆਈ। ਇਸੇ ਪ੍ਰਕਾਰ ਜਾਣੋ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਮਹਾਰਾਜ ਜੀਆਂ ਤੋਂ ਗੁਰਤਾ। ਤਬ ਹਨ ਰੰਗੇ ਦਿੱਲੀ ਪਾਈ। ਜਦੋਂ ਧੰਨ ਗੁਰੂ ਹਰਿ ਰਾਏ ਮਹਾਰਾਜ ਜੀ ਗੁਰਤਾ ਤੇ ਸੁਭਾਏਮਾਨ ਹੋਏ ਆ ਗੁਰੂ ਕਿਆਂ ਵਾਲੇ ਪਾਸੇ, ਉਧਰ ਉਸ ਪਾਸੇ ਔਰੰਗਜ਼ੇਬ ਸੀ ਜਿਹੜਾ ਉਹਨਾਂ ਦਿਨਾਂ ਵਿੱਚ ਹੀ ਔਰੰਗਾ ਜਿਹੜਾ ਵਾ ਉਹ ਬਾਦਸ਼ਾਹੀ ਦੇ ਤਖਤ ਤੇ ਬੈਠਾ। ਦਿੱਲੀ ਦਾ ਤਖਤ ਜਿਹੜਾ ਵਾ ਬਾਦਸ਼ਾਹ ਨੂੰ ਔਰੰਗਜ਼ੇਬ ਨੂੰ ਉਹਨਾਂ ਦਿਨਾਂ ਵਿੱਚ ਮਿਲਿਆ ਜਦ ਗੁਰੂ ਹਰਿ ਰਾਏ ਜੀ ਮਹਾਰਾਜ ਗੁਰਤਾ ਤੇ ਸੁਭਾਏਮਾਨ ਹੋਏ ਸਨ। ਬਤ ਸਾਹਿਤ ਕਹ ਮਾਲਕ ਭਇਓ। ਇਹ ਉਸ ਸਮੇਂ ਬਾਦਸ਼ਾਹੀ ਦਾ ਮਾਲਕ ਬਣਿਆ ਸੀ। ਰਾਜ ਤੇਜ ਜਿਨ ਬੜ ਬਿਰਧਿਓ। ਆਪਣਾ ਰਾਜ ਤੇ ਤੇਜ ਪ੍ਰਤਾਪ ਜਿਸ ਔਰੰਗੇ ਨੇ ਬੜੀ ਦੂਰ ਦੂਰ ਤੱਕ ਫੈਲਾਇਆ।
ਬਹੁ ਤਨ ਕੈ ਕਰ ਕੈ ਅਪਰਾਧੂ। ਪਰ ਸਰੀਰ ਕਰਕੇ ਜਿਹੜਾ ਜਾਂ ਬਹੁਤਿਆਂ ਸਾਧੂਆਂ ਪੁਰਸ਼ਾਂ ਦੀ ਇਹਨੇ ਹੱਤਿਆ ਕੀਤੀ ਸੀ ਔਰੰਗੇ ਪਾਪੀ ਨੇ, ਜਿਸ ਕਰਕੇ ਬੜਾ ਭਾਰੀ ਪਾਪੀ ਹੋਇਆ। ਮਹਾ ਕੋ ਕਰਮ ਕਸ਼ਟ ਦੈ ਸਾਧੂ। ਤੇ ਇਹ ਜਿਹੜਾ ਵਾ ਨਾ ਮਹਾ ਕਸ਼ਟ ਦਿੱਤੇ, ਬੜੇ ਭਾਰੀ ਇਹਨੇ ਕਸ਼ਟ ਦਿੱਤੇ ਸੀਗੇ ਬੜੇ ਭਾਰੀ ਸਾਧੂਆਂ ਨੂੰ, ਤੇ ਬੜਾ ਕੁਕਰਮੀ ਬਾਦਸ਼ਾਹ ਹੋਇਆ ਹੈ। ਗੁਰ ਘਰ ਸੋ ਬਹੁ ਦਰੋਹ ਕਮਾਵਾ। ਤੇ ਨਾਲ ਹੀ ਇਹਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਨਾਲ ਬੜਾ ਭਾਰੀ ਦਰੋਹ ਕਪਟ ਕਮਾਇਆ, ਬੜਾ ਪਾਪ ਕਮਾਇਆ। ਕਰਿਓ ਅਕਰਮ ਦੁਸ਼ਟ ਦੁਖ ਪਾਵਾ। ਇਸ ਦੁਸ਼ਟ ਨੇ ਬੜੇ ਭਾਰੀ ਭੈੜੇ ਕਰਮ ਕੀਤੇ, ਪਾਪ ਕੀਤੇ, ਤੇ ਅੰਤ ਨੂੰ ਬੜੀ ਅਧੋਗਤੀ ਨੂੰ ਪ੍ਰਾਪਤ ਹੋਇਆ, ਬੜਾ ਦੁਖੀ ਹੁੰਦਾ ਹੋਇਆ। ਸੁਣ ਸਭ ਸਿੰਘ ਪ੍ਰਸੰਨ ਮਹਾਨਾ। ਇਹ ਸਾਰਾ ਪ੍ਰਸੰਗ ਜਦੇ ਧੰਨ ਬਾਬਾ ਰਾਮ ਕੁਇਰ ਜੀਆਂ ਨੇ ਸੁਣਾਇਆ, ਤੇ ਸਿੰਘ ਸੁਣ ਸੁਣ ਕੇ ਨੰਦੇੜ ਸਾਹਿਬ ਤੋਂ ਆਏ ਹੋਏ ਬੜੇ ਖੁਸ਼ ਹੁੰਦੇ ਆ। ਹਾਥ ਜੋੜ ਕੈ ਬਾਕ ਬਖਾਨਾ। ਤੇ ਦੋਵੇਂ ਹੱਥ ਜੋੜ ਕੇ ਭਾਈ ਸਾਹਿਬ ਰਾਮ ਕੁਇਰ ਜੀਆਂ ਦੇ ਤਾਈਂ ਬੇਨਤੀ ਕੀਤੀ ਸਿੰਘਾਂ ਨੇ ਨਾ ਗੁਰ ਕੀ ਸਭ ਕਥਾ ਬਖਾਨੋ। ਕਿ ਭਾਈ ਸਾਹਿਬ ਜੀ ਤੁਸੀਂ 9 ਗੁਰੂ ਪਾਤਸ਼ਾਹੀਆਂ ਦੀ ਸਾਨੂੰ ਕਥਾ ਸੁਣਾਉਣੀ ਕਰੋ। ਭਾਵ ਕਿ ਇਹ ਖਾਲਸਾ ਜੀ ਬਾਬਾ ਰਾਮ ਕੁਇਰ ਜੀਆਂ ਨੂੰ ਜਦੋਂ ਸਿੰਘਾਂ ਬੇਨਤੀ ਕੀਤੀ ਵੀ ਸਾਨੂੰ ਪਾਤਸ਼ਾਹੀਆਂ ਦਾ ਇਤਿਹਾਸ ਸ਼ਰਵਣ ਕਰਾਓ, ਭਾਈ ਸਾਹਿਬ ਰਾਮ ਕੁਇਰ ਜੀਆਂ ਨੇ ਖਾਲਸਾ ਜੀ ਫਿਰ ਕੇਵਲ ਸੰਖੇਪ ਰੂਪ ਵਿੱਚ ਥੋੜਾ ਇਤਿਹਾਸ ਜਿਹੜਾ ਇਸ ਤਰ੍ਹਾਂ ਸੁਣਾਇਆ ਸੀਗਾ, ਜਿਸ ਪ੍ਰਕਾਰ ਆਪ ਜੀਆਂ ਸੁਣਿਆ। ਫਿਰ ਸਿੰਘਾਂ ਦੁਬਾਰਾ ਬੇਨਤੀ ਕੀਤੀ, ਮਹਾਰਾਜ ਤੁਸੀਂ ਸਭ ਜਾਣੂ ਹੋ, ਤੁਹਾਥੋਂ ਕੀ ਛੁਪਿਆ ਲੁਕਿਆ ਹੈ। ਤੁਹਾਡੇ ਘਰ ਨੂੰ ਵਰਦਾਨ ਹੋਇਆ ਵੈ, ਤੁਹਾਥੋਂ ਓਲੇ ਕਦੇ ਨਾ ਹੋਸਾਂ ਗੁਰੂ ਨਾਨਕ ਮਹਾਰਾਜ ਦਾ। ਇਸ ਕਰਕੇ ਤੁਸੀਂ ਸੰਖੇਪ ਰੂਪ ਨਹੀਂ, ਖੁੱਲ ਕੇ ਪੂਰਾ ਜਿਹੜਾ ਵਾਰਤਕ ਰੂਪ ਵਿੱਚ ਜਿਹੜਾ ਇਤਿਹਾਸ ਪੂਰਾ ਵਿਖਿਆਨ ਕਰਕੇ ਸਾਰਾ ਇਤਿਹਾਸ ਸਾਨੂੰ ਕੱਲੀ ਪਾਤਸ਼ਾਹੀ ਦਾ 9 ਪਾਤਸ਼ਾਹੀਆਂ ਦਾ ਇਤਿਹਾਸ ਸਾਨੂੰ ਸ਼ਰਵਣ ਕਰਾਉਣਾ ਕਰੋ। ਇਉਂ ਫਿਰ ਸਿੰਘਾਂ ਨੇ ਜਦ ਬੇਨਤੀ ਕੀਤੀ ਹੈ, ਤੁਮ ਸਰਬਾਗਿਆ ਸਰਬ ਹੀ ਜਾਨੋ। ਕਿਉਂਕਿ ਇਹ ਭਾਈ ਸਾਹਿਬ ਜੀ ਤੁਸੀਂ ਸਰਬ ਗਿਆਤਾ ਹੋ ਤੇ ਮਹਾਰਾਜ ਦੇ ਘਰ ਦੀ ਸਾਰੀ ਗੱਲ ਗੁਪਤ ਪ੍ਰਗਟ ਜਾਣਦੇ ਹੋ। ਇਹ ਸਭ ਪ੍ਰਥਮੇ ਕਥਾ ਸੁਣਈਐ। ਇਹ ਕਥਾ ਸਾਨੂੰ ਪਹਿਲਾਂ ਸਾਨੂੰ ਇਹ ਕਥਾ ਸੁਣਾਉਣੀ ਕਰੋ। ਭਾਵ ਜਿਹੜੀ ਪਾਤਸ਼ਾਹੀਆਂ ਦੀ ਤੁਸੀਂ ਕਥਾ ਸੁਣਾਈ ਹੈ, ਪਹਿਲਾਂ ਸਾਨੂੰ ਮੁੱਢ ਤੋਂ ਹੁਣ ਸਾਰੀ ਖੋਲ ਕੇ ਕਥਾ ਸੁਣਾਉਣੀ ਕਰੋ। ਗੁਰ ਚਰਿਤ੍ਰ ਕੀਨੋ ਸਮਝਈਐ। ਜਿਵੇਂ ਗੁਰੂ ਪਾਤਸ਼ਾਹੀਆਂ ਮਹਾਰਾਜ ਜੀ 10ਵੇਂ ਪਾਤਸ਼ਾਹ ਤੀਕਰ ਕੌਤਕ ਕਰਦੇ ਰਹੇ ਆ, ਤਿਸੇ ਤਰ੍ਹਾਂ ਸਾਨੂੰ ਸਮਝਾਓ, ਸਾਰੀ ਕਥਾ ਸੁਣਾ ਕੇ ਪੂਰੀ ਖੁੱਲ ਕੇ ਵਿਖਿਆਨ ਕਰ। ਜਿਉਂ ਜਿਉਂ ਭਏ ਕਹੋ ਸਭ ਕਥਾ। ਜਿਵੇਂ ਫਿਰ ਉਹ ਕੌਤਕ ਚਰਿੱਤਰ ਮਹਾਰਾਜ ਦੇ ਹੋਏ ਸਾਰੀ ਕਥਾ ਹੈ ਭਾਈ ਸਾਹਿਬ ਜੀ ਸਾਨੂੰ ਜਿਹੜੀ ਵਾ ਪੂਰੇ ਖੁੱਲ ਰੂਪ ਵਿੱਚ ਸੁਣਾਉਣੀ ਕਰੋ। ਗੁਰੂ ਪ੍ਰਸੰਗ ਸੁਣਾਵਹ ਜਥਾ। ਜਿਵੇਂ ਮਹਾਰਾਜ ਆਪ ਜੀ ਸੁਣਾਓ, ਤੁਸੀਂ ਤਤ ਬੇਤੇ ਹੋ ਪੂਰਾ ਜਿਹੜਾ ਵਾ ਸਾਰਾ ਪ੍ਰਸੰਗ ਪਾਤਸ਼ਾਹੀਆਂ ਦਾ ਸਾਨੂੰ ਗੁਰੂ ਘਰ ਦੀ ਮਹਿਮਾ ਪੂਰੀ ਸਾਨੂੰ ਚੰਗੀ ਤਰ੍ਹਾਂ ਸੁਣਾਉਣੀ ਕਰੋ। ਸੁਣੀ ਖਾਲਸੇ ਕੀ ਇਮ ਬਾਨੀ। ਇਸੇ ਤਰ੍ਹਾਂ ਖਾਲਸਾ ਜੀ ਜਦ ਫਿਰ ਸਭ ਸੰਗਤ ਦੀ ਇਹ ਸਿੱਖਾਂ ਦੀ ਬੇਨਤੀ ਖਾਲਸੇ ਦੀ ਸੁਣੀ ਹੈ ਭਾਈ ਰਾਮ ਕੁਇਰ ਜੀਆਂ ਨੇ। ਸ੍ਰੀ ਗੁਰਬਖਸ਼ ਸਿੰਘ ਮਨ ਮਾਨੀ। ਜਿਨ੍ਹਾਂ ਦਾ ਨਾਮ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਹੋਇਆ ਹੈ। ਭਾਈ ਰਾਮ ਕੁਇਰ ਜੀ ਕਹਿ ਲੋ, ਭਾਈ ਗੁਰਬਖਸ਼ ਸਿੰਘ ਕਹਿ ਲੋ, ਇੱਕੋ ਹੀ ਗੱਲ ਹੈ। ਤੋ ਭਾਈ ਗੁਰਬਖਸ਼ ਸਿੰਘ ਜੀ ਇਹਨਾਂ ਨੇ ਮਨ ਵਿੱਚ ਮੰਨਿਆ ਵੀ ਖਾਲਸੇ ਨੇ ਸਾਨੂੰ ਇਹ ਵਾਰ-ਵਾਰ ਕਹਿ ਰਹੇ ਤੇ ਸਾਰਾ ਇਤਿਹਾਸ ਇਹਨਾਂ ਨੂੰ ਖੁੱਲ ਕੇ ਸੁਣਾਉਣਾ ਚਾਹੀਦਾ ਹੈ। ਕਥਾ ਸੁਣਾਵਨ ਲੱਗਿਓ ਸੋਈ। ਫਿਰ ਸਾਧ ਸੰਗ ਜੀ ਜਿਵੇਂ ਫਿਰ ਖੁੱਲ ਕੇ ਪੂਰੀ ਸਾਰੀ ਵਾਰਤਕ ਰੂਪ ਕਥਾ ਭਾਈ ਸਾਹਿਬ ਭਾਈ ਰਾਮ ਕੁਇਰ ਜੀ ਅਥਵਾ ਭਾਈ ਗੁਰਬਖਸ਼ ਸਿੰਘ ਜੀ ਸੁਣਾਉਣ ਲੱਗੇ ਆ। ਨਾ ਸਤਿਗੁਰ ਕੀ ਜਿਮ ਜਿਮ ਹੋਈ। ਜਿਵੇਂ ਵੀ 9 ਪਾਤਸ਼ਾਹੀਆਂ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲੈ ਸਾਰੀ ਕਥਾ ਹੁਣ ਆਰੰਭ ਕਰਦੇ ਹਨ। ਦੋਹਰਾ ਸੁਣਤ ਭਇਓ ਤਬ ਖਾਲਸਾ। ਸਭ ਸੰਗਤਾਂ ਤੁਹਾਡੇ ਵਾਂਗੂ ਇਕੱਠੀਆਂ ਹੋਈਆਂ, ਸਭ ਖਾਲਸਾ ਭਾਈ ਸਾਹਿਬ ਦੇ ਮੁਖਾਰ ਬਿੰਦ ਤੋਂ ਸੁੰਦਰ ਕਥਾ ਸੁਣ ਰਿਹਾ ਹੈ। ਸ੍ਰੀ ਗੁਰ ਜਸ ਕੋ ਸਰਾਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਵਡਿਆਈ ਸਭ ਸੰਗਤਾਂ ਬੜੇ ਧਿਆਨ ਨਾਲ ਇਕਾਗਰ ਹੋ ਕੇ ਕੰਨਾਂ ਰਾਹੀਂ ਸੁਣਦੀਆਂ ਹਨ। ਪਠ ਹੈ ਸੁਣ ਹੈ ਮਨ ਮਹਿ ਗੁਣ ਹੈ। ਤੇ ਕਵੀ ਜੀ ਕਹਿੰਦੇ ਕਥਾ ਜਿਹੜੀ ਜੇ ਕੋਈ ਪੜ੍ਹੇਗਾ ਫਿਰ ਸੁਣੇਗਾ ਤੇ ਮਨ ਵਿੱਚ ਇਹਦਾ ਵਿਚਾਰ ਕਰੇਗਾ। ਪੁਰ ਹੈ ਕਾਮਨਾ ਤਾਨ। ਤੇ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੀ ਉਹੀ ਕਾਮਨਾ ਜਿਹੜੀ ਵੀ ਇੱਛਾ ਕਰਨਗੇ ਉਹੀ ਇੱਛਾ ਪੂਰੀ ਕਰਨਗੇ। ਮਨ ਬਾਝਤ ਫਲ ਪਾਵੈ ਸੋਈ। ਤੋ ਜੋ ਵੀ ਇਹ ਕਥਾ ਸੁਣੇਗਾ ਇਹਨੂੰ ਭਾਵ ਇਹਨੂੰ ਹਿਰਦੇ ਵਿੱਚ ਵਸਾਏਗਾ, ਸੁਣਾਵੇਗਾ, ਚਾਹੇ ਸੁਣ ਲਵੇ ਚਾਹੇ ਸੁਣਾ ਲਵੇ, ਹਿਰਦੇ ਵਿੱਚ ਪ੍ਰਪੱਕ ਕਰੇਗਾ।
ਜੋ ਇਸ ਕਥਾ ਦਾ ਮਨ ਕਰਕੇ ਧਾਰਨੀ ਹੋਵੇਗਾ। ਕਵੀ ਜੀ ਕਹਿੰਦੇ ਕੋਈ ਇੱਛਾ ਮਨ ਵਿੱਚ ਪਰਮੇਸ਼ਰ ਗੁਰੂ ਨਾਨਕ ਮਹਾਰਾਜ ਦੀ ਅਧੂਰੀ ਰਹਿਣ ਨਹੀਂ ਦੇਣਗੇ। ਪਿੱਛੇ ਦੱਸਿਆ ਸੀ ਕਵੀ ਜੀਆਂ ਪੁੱਤਰਾਂ ਦੀ ਤੇ ਖਾਲਸਾ ਜੀ ਬਿੱਤ ਕਹੀਏ ਧਨ ਦੀ ਦਾਤੀ ਹੈ। ਮਹਾਨ ਸਤਿਗੁਰਾਂ ਦੇ ਘਰ ਦੀ ਪਾਵਨ ਪਵਿੱਤਰ ਜੋ ਗਾਥਾ ਹੈ। ਇੱਥੇ ਖਾਲਸਾ ਜੀ ਪਹਿਲੀ ਰਾਸ ਦਾ 9ਵਾਂ 8ਵਾਂ ਅੰਸੂ ਖਾਲਸਾ ਜੀ ਸੰਪੂਰਨ ਹੁੰਦਾ ਹੈ। ਅੱਗੇ ਹੁਣ ਇੱਥੋਂ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਇਤਿਹਾਸ ਪ੍ਰਾਰੰਭ ਕਰਨਗੇ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਖਡੂਰ ਸਾਹਿਬ ਭੇਜ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਥਾਪ, ਉਸ ਤੋਂ ਬਾਅਦ ਫਿਰ ਖਡੂਰ ਸਾਹਿਬ ਵਿੱਚ ਕੀ ਕੀ ਕੌਤਕ ਕੀਤੇ, ਉਹ ਸਾਰਾ ਪ੍ਰਸੰਗ ਖਾਲਸਾ ਜੀ ਹੁਣ ਅੱਗੇ ਪ੍ਰਾਰੰਭ ਹੋਵੇਗਾ। ਤੋ ਇਹ ਇਤਿਹਾਸ ਪਾਵਨ ਪਵਿੱਤਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਨਿਤਾ ਪ੍ਰਤੀ ਹਾਜ਼ਰੀਆਂ ਭਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋ ਸਾਧ ਸੰਗ ਜੀ ਖੁਸ਼ੀਆਂ ਪ੍ਰਾਪਤ ਕਰੋ। ਬੁੱਧੀ ਤੁੱਛ ਹੈ, ਅਨੇਕ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਹੋਈਆਂ, ਅਣਜਾਣ ਬੱਚੇ ਸਮਝ ਕਰਕੇ ਗੁਰੂ ਗਰੀਬ ਨਿਵਾਜ ਤੇ ਸਤਿਗੁਰਾਂ ਦੀ ਸੰਗਤ ਬਖਸ਼ ਲੈਣ ਬਖਸ਼ਣ ਯੋਗ ਹੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਦੋਹਰਾ ਸੁਣਤ ਭਇਓ ਤਬ ਖਾਲਸਾ, ਸ਼੍ਰੀ ਗੁਰ ਜਸ ਕੋ ਸਰਾਨ। ਪਠਹਿ ਸੁਨਹਿ ਮਨ ਮਹਿ ਗੁਣ ਹੈ, ਪੁਰਹਿ ਕਾਮਨਾ ਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी नाश। हे पूरन हे सर्व मैं दुख भंजन गुण दास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे है पी होवनहार। हे संतह कै सदा संग निधारा आधार। हे ठाकुर हौ दास रो मैं निर्गुण गुण नहीं को। नानक दीजै नाम दान राखा हिय परोए। आए प्रभ शरणागति कृपा निध दयाल। एक अखर हर मन बसत नानक होत निहाल। कथा निता प्रत होत है सुनह सो सिंह सुजान। नानक गुरु गोबिंद सिंह जी सदा करहै कल्याण। वाहिगुरु नाम जहाज है चढ़े सो उतरे पार। जो सरधा कर सेवंदे वाहिगुरु पार उतारनहार। जो सरधा कर सेवंदे वाहिगुरु पार उतारनहार। वाहिगुरु जी का खालसा वाहिगुरु जी की फतेह।